ਹੈਲੋ ਸਟੂਡੈਂਟਸ, ਅੱਜ ਅਸੀਂ ਪਾਠ 9ਵਾਂ ਡਾਕਟਰ ਕਰਤਾਰ ਸਿੰਘ ਸੂਰੀ ਦੀ ਲਿਖੀ ਹੋਈ ਕਹਾਣੀ ਜਿਹੜੀ ਚੰਦੋਆ ਆ ਉਹਨੂੰ ਅਸੀਂ ਪੜ੍ਹਾਂਗੇ। ਚੰਦੋਏ ਦਾ ਅਰਥ ਹੈ ਇੱਕ ਸਰੋਪਾ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਜਿਹੜਾ ਉਹ ਚੜ੍ਹਾਇਆ ਜਾਂਦਾ ਹੈ। ਇਸ ਕਹਾਣੀ ਦੇ ਵਿੱਚ ਕਹਾਣੀਕਾਰ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਮਾਤਮਾ ਦੇਣ ਵਾਲਾ ਹੈ, ਨਾ ਕਿ ਕਿਸੇ ਕੋਲੋਂ ਕੁਝ ਮੰਗਦਾ ਹੈ। ਇਸ ਕਹਾਣੀ ਦੇ ਵਿੱਚ ਦੋ ਮਹੱਤਵਪੂਰਨ ਪਾਤਰ ਨੇ, ਇੱਕ ਹੈ ਜਿਉਣ ਸਿੰਘ, ਦੂਸਰਾ ਉਸਦੀ ਪਤਨੀ ਇੰਦਰ ਕੌਰ। ਜਿਉਣ ਸਿੰਘ ਕੌਣ ਹੈ, ਉਸ ਨੂੰ ਚੰਦੋਆ ਚੜ੍ਹਾਉਣ ਦੀ ਜ਼ਰੂਰਤ ਕਿਉਂ ਪਈ, ਇਹ ਇਸ ਕਹਾਣੀ ਦੇ ਵਿੱਚ ਦੱਸਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ, ਅਤੇ ਇਸ ਪਾਠ ਦੇ ਵਿੱਚ ਅਸੀਂ ਇਹ ਦੇਖਾਂਗੇ। ਦੋਵੇਂ ਪਤੀ ਪਤਨੀ ਰੇਲ ਦਾ ਸਫ਼ਰ ਕਰ ਰਹੇ ਸਨ। ਜਿਉਣ ਸਿੰਘ ਦੀ ਬਾਰੀ ਦੀ ਫੱਟੀ ਨਾਲ ਢਾਸਣਾ ਲਾਈ ਉਂਘ ਰਿਹਾ ਸੀ ਅਤੇ ਉਸਦੀ ਘਰਵਾਲੀ ਸਾਹਮਣੀ ਸੀਟ 'ਤੇ ਬੈਠੀ ਕਾਕੇ ਨੂੰ ਦੁੱਧ ਚੁੰਗਾ ਰਹੀ ਸੀ। ਕਾਕੇ ਤੋਂ ਵੱਡੀਆਂ ਦੋਨੋਂ ਕੁੜੀਆਂ ਗੁੱਛਮ ਗੁੱਛਾਂ ਹੋਈਆਂ ਸੁੱਤੀਆਂ ਹੋਈਆਂ ਸਨ, ਜਿਵੇਂ ਉਹਨਾਂ ਨੂੰ ਠੰਡ ਲੱਗ ਰਹੀ ਹੋਵੇ ਅਤੇ ਰੁੱਤ ਜੋ ਸਿਆਲ ਦੀ ਸੀ। ਜਿਉਣ ਸਿੰਘ ਅਤੇ ਉਸਦੀ ਪਤਨੀ ਇੰਦਰ ਕੌਰ ਅੱਜ ਗੁਰੂ ਦੀ ਨਗਰੀ ਅੰਮ੍ਰਿਤਸਰ ਜਾਣ ਵਾਲੀ ਗੱਡੀ ਵਿੱਚ ਸਫ਼ਰ ਕਰ ਰਹੇ ਸਨ। ਉਹ ਆਪਣੇ ਕਾਕੇ ਦੇ ਪੈਦਾ ਹੋਣ 'ਤੇ ਅਤੇ ਉਸਦੀ ਤੰਦਰੁਸਤ ਹੋਣ 'ਤੇ ਚੰਦੋਆ ਚੜ੍ਹਾਉਣ ਲਈ ਦਰਬਾਰ ਸਾਹਿਬ ਜਾ ਰਹੇ ਸਨ। ਉਹਨਾਂ ਦੀਆਂ ਦੋ ਕੁੜੀਆਂ ਵੀ ਨਾਲ ਜਾ ਰਹੀਆਂ ਸਨ, ਜੋ ਸਿਆਲ ਦੀ ਰੁੱਤ ਹੋਣ ਕਰਕੇ ਆਪਣੀ ਮਾਂ ਦੇ ਨਾਲ ਚਿੰਬੜ ਕੇ ਸੁੱਤੀਆਂ ਹੋਈਆਂ ਸਨ। ਉਸਦੀ ਪਤਨੀ ਨੇ ਉਸਦੇ ਜੇਬ ਵੱਲ ਹੱਥ ਵਧਾਉਂਦਿਆਂ ਕਿਹਾ, ਕਰੋ ਨਾ ਉਰਾ ਬਟੂਆ, ਅਤੇ ਕਹਿੰਦੀ ਹੋਈ ਇੰਦਰ ਕੌਰ ਨੇ ਉਸਦੀ ਬਾਹਰਲੀ ਜੇਬ ਵਿੱਚੋਂ ਬਟੂਆ ਖਿੱਚ ਲਿਆ। ਇੰਦਰ ਕੌਰ ਦੀ ਆਵਾਜ਼ ਤੇ ਉਸਦੀਆਂ ਉਂਗਲੀਆਂ ਛੂਹਣ ਜਿਉਣ ਸਿੰਘ ਨੂੰ ਜਗਾ ਦਿੱਤਾ। ਸ਼ਾਇਦ ਇਸ ਵੇਲੇ ਉਹ ਚਪਕੀ ਦੇ ਉਡਣ ਖਟੋਲਿਆਂ 'ਤੇ ਚੜ੍ਹਿਆ ਰੇਲ ਨਾਲੋਂ ਵੀ ਪਹਿਲਾਂ ਗੁਰੂ ਦੀ ਨਗਰੀ ਜਾ ਪਹੁੰਚਿਆ ਸੀ, ਜਿਸ ਦੇ ਦਰਸ਼ਨਾਂ ਲਈ ਉਹ ਅਤੇ ਉਸਦੀ ਪਤਨੀ ਕਈ ਸਾਲਾਂ ਤੋਂ ਤਰਸਦੇ ਆ ਰਹੇ ਸਨ। ਜਦੋਂ ਇੰਦਰ ਕੌਰ ਨੇ ਉਹਦੀ ਜੇਬ ਵਿੱਚੋਂ ਯਾਨੀ ਜਿਉਣ ਸਿੰਘ ਦੀ ਜੇਬ ਵਿੱਚੋਂ ਬਟੂਏ ਨੂੰ ਖਿੱਚ ਲਿਆ ਸੀ, ਤਾਂ ਉਸਦੇ ਹੱਥ ਛੂਹਣ ਕਰਕੇ ਉਸ ਨੂੰ ਜਿਉਣ ਸਿੰਘ ਨੂੰ ਜਿਹੜੀ ਜਾਗ ਆ ਜਾਂਦੀ ਆ। ਜਿਉਣ ਸਿੰਘ ਜਿਹੜਾ ਆ ਆਪਣੇ ਸੁਪਨੇ ਦੇ ਵਿੱਚ ਹੀ ਰੇਲ ਦੇ ਪਹੁੰਚਣ ਤੋਂ ਪਹਿਲਾਂ ਹੀ ਗੁਰੂ ਦੇ ਦਰਬਾਰ ਵਿੱਚ ਜਿਹੜਾ ਸੀ ਪਹੁੰਚ ਚੁੱਕਾ ਸੀ, ਅਤੇ ਜਿਹੜੀ ਅਰਦਾਸ ਉਹਨਾਂ ਨੇ ਕਈ ਸਾਲਾਂ ਤੋਂ ਮੰਗੀ ਹੋਈ ਸੀ ਉਹ ਪੂਰੀ ਹੁੰਦੀ ਉਸ ਨੂੰ ਦਿਖਾਈ ਦੇ ਰਹੀ ਸੀ। ਪਰ ਵਿਚਕਾਰ ਹੀ ਉਸਦਾ ਸੁਪਨਾ ਜਿਹੜਾ ਉਹ ਟੁੱਟ ਜਾਂਦਾ ਹੈ। ਨੈਕਸਟ ਹੈ, ਜਿਉਣ ਸਿੰਘ ਰੇਲਵੇ ਇੰਜਨ ਦਾ ਫਾਇਰਮੈਨ ਸੀ। ਰੇਲਵੇ ਮੁਲਾਜ਼ਮ ਹੋਣ ਕਰਕੇ ਉਸ ਨੂੰ ਆਉਣ ਜਾਣ ਦਾ ਪਾਸ ਮਿਲ ਸਕਦਾ ਸੀ, ਪਰ ਤਾਂ ਵੀ ਉਸ ਦੇ ਰਸਤੇ ਵਿੱਚ ਇੱਕ ਮੁਸ਼ਕਲ ਆ ਬਣੀ, ਜਿਸ ਲਈ ਉਸਦਾ ਅੰਮ੍ਰਿਤਸਰ ਜਾਣਾ ਪਿਛਾਂਹ ਪੈਂਦਾ ਗਿਆ ਸੀ। ਉਹ ਸੀ ਉਸਦੀ ਸੁਖਨਾ ਜਿਹੜੀ ਉਸਨੇ ਸੁਖੀ ਹੋਈ ਸੀ। ਜਿਉਣ ਸਿੰਘ ਜਿਹੜਾ ਹੈ ਉਹ ਰੇਲਵੇ ਦਾ ਜਿਹੜਾ ਫਾਇਰਮੈਨ ਦਾ ਕੰਮ ਜਿਹੜਾ ਸੋ ਕਰਦਾ ਸੀ। ਪਾਸ ਸਰਕਾਰੀ ਉਸਨੂੰ ਮਿਲ ਸਕਦਾ ਸੀ ਆਉਣ ਜਾਣ ਦਾ, ਬਟ ਫਿਰ ਵੀ ਉਹਦਾ ਜਿਹੜਾ ਅੰਮ੍ਰਿਤਸਰ ਜਾਣਾ ਉਹ ਪਿੱਛੇ ਦੇ ਪਿੱਛੇ ਜਿਹੜਾ ਸੀ ਉਹ ਪੈਂਦਾ ਜਾ ਰਿਹਾ ਸੀ। ਚੰਦੋਆ ਚੜ੍ਹਾਉਣ ਦੀ ਉਹਦੀ ਜਿਹੜੀ ਸੁਖਨਾ ਸੀ ਉਹ ਹਰ ਵੇਲੇ ਕਿਸੇ ਨਾ ਕਿਸੇ ਕਰਕੇ ਪਿੱਛੇ ਦੇ ਪਿੱਛੇ ਜਿਹੜੀ ਸੀ ਉਹ ਪੈਂਦੀ ਜਾਂਦੀ ਸੀ, ਜਿਸ ਉੱਤੇ ਘੱਟੋ ਘੱਟ ਵੀ 100 ਰੁਪਈਆ ਜਿਹੜਾ ਸੀ ਖਰਚ ਆਉਂਦਾ ਸੀ। ਉਸ ਦੇ ਘਰੋਂ ਉੱਪਰੋਂ ਥੱਲੇ ਦੋ ਕੁੜੀਆਂ ਹੋਈਆਂ, ਅਤੇ ਉਹ ਵੀ ਮਹੀਨੇ 'ਚ 32 ਦਿਨ ਬਿਮਾਰ ਰਹਿੰਦੀਆਂ ਸੀ। ਉਹਦੇ ਘਰ ਦੋ ਕੁੜੀਆਂ ਸੀ, ਮਹੀਨੇ ਦੇ 32 ਦਿਨ ਬਿਮਾਰ ਰਹਿੰਦੀਆਂ ਸੀ। ਕਹਿਣ ਦਾ ਮਤਲਬ ਹੈ ਕਿ ਇੱਕ ਦਿਨ ਛੱਡ ਕੇ ਇੱਕ ਦਿਨ ਜਿਹੜਾ ਸੀ ਉਹ ਬਿਮਾਰ ਹੀ ਰਹਿੰਦੀਆਂ ਸਨ, ਅਤੇ ਪੂਰਾ ਮਹੀਨਾ ਜਿਹੜਾ ਸੀ ਇਸੇ ਤਰੀਕੇ ਨਾਲ ਲੰਘ ਜਾਂਦਾ ਸੀ। ਉੱਤੋਂ ਕਿਸੇ ਸਾਧੂ ਨੇ ਭਰਮ ਪਾ ਦਿੱਤਾ ਕਿ ਉਸ ਦੇ ਘਰ 5 ਹੋਰ ਕੁੜੀਆਂ ਆਉਣਗੀਆਂ। ਇਸ ਕੁੜੀਆਂ ਦੇ ਤੂਫਾਨੀ ਹੱਲੇ ਨੂੰ ਰੋਕਣ ਲਈ ਇੱਕ ਦਿਨ ਦੋਹਾਂ ਪਤੀ ਪਤਨੀ ਨੇ ਰਲ ਕੇ ਸੁਖਨਾ ਸੁਖੀ ਸੀ ਕਿ ਜੇ ਉਹਨਾਂ ਦੇ ਘਰ ਪੁੱਤਰ ਹੋਵੇ ਤਾਂ ਉਹ ਅੰਮ੍ਰਿਤਸਰ ਵਾਲੇ ਗੁਰੂ ਬਾਬੇ ਦੇ ਦਰਬਾਰ ਵਿੱਚ ਸੁੱਚਾ ਚੰਦੋਆ ਚੜ੍ਹਾਉਣਗੇ। ਗੁਰੂ ਬਾਬੇ ਨੇ ਨੇੜੇ ਹੋ ਕੇ ਸੁਣੀ ਅਤੇ ਆਉਂਦੇ ਸਾਲ ਉਸ 'ਤੇ ਜਿਉਣ ਸਿੰਘ ਨੂੰ ਪੁੱਤਰ ਬਖਸ਼ ਦਿੱਤਾ। ਉਹਨਾਂ ਦੇ ਘਰ ਪਹਿਲਾਂ ਹੀ 2 ਕੁੜੀਆਂ ਸਨ, ਅਤੇ ਕਿਸੇ ਸਾਧੂ ਨੇ ਉਹਨਾਂ ਨੂੰ ਵਹਿਮ ਪਾ ਦਿੱਤਾ ਕਿ ਤੁਹਾਡੇ ਘਰ 5 ਕੁੜੀਆਂ ਹੋਰ ਹੋਣਗੀਆਂ। ਤਾਂ ਉਹਨਾਂ ਇੰਦਰ ਕੌਰ ਅਤੇ ਜਿਉਣ ਸਿੰਘ ਨੇ ਦੋਨਾਂ ਨੇ ਘਰੋਂ ਹੀ ਗੁਰੂ ਬਾਬਾ ਅੰਮ੍ਰਿਤਸਰ ਵਾਲੇ ਦੇ ਅਰਦਾਸ ਮੰਗੀ ਕਿ ਹੇ ਬਾਬਾ, ਜੇ ਸਾਡੇ ਘਰ ਪੁੱਤਰ ਹੋਵੇਗਾ ਤਾਂ ਅਸੀਂ ਤੇਰੇ ਦਰਬਾਰ ਵਿੱਚ ਚੰਦੋਆ ਚੜ੍ਹਾਉਣ ਜ਼ਰੂਰ ਆਵਾਂਗੇ। ਅਤੇ ਗੁਰੂ ਬਾਬੇ ਨੇ ਨੇੜਿਓਂ ਹੋ ਕੇ ਸੁਣੀ, ਅਤੇ ਅਗਲੇ ਹੀ ਸਾਲ ਉਹਨਾਂ ਦੇ ਘਰ ਜਿਹੜਾ ਸੀ ਉਹ ਪੁੱਤਰ ਪੈਦਾ ਹੋ ਗਿਆ। ਨੈਕਸਟ ਹੈ, ਤਨਖਾਹ ਉਸਦੀ ਸੀ ਜੋ ਫਾਇਰਮੈਨ ਦੀ ਹੁੰਦੀ ਹੈ, ਕੁੱਲ 80 ਰੁਪਏ। ਜੋ ਜਿਉਣ ਸਿੰਘ ਦੀ ਜਿਹੜੀ ਸੈਲਰੀ ਸੀ ਉਹ 80 ਰੁਪਏ ਸੀ, ਜਿਸ ਨਾਲ ਮਸਾਂ ਮਰ ਕੇ 4-5 ਜੀਆਂ ਦਾ ਲੋਨ ਦੇਣ ਦਾ ਹੀ ਪੂਰਾ ਹੁੰਦਾ ਸੀ। ਇੱਕ ਮਹੀਨੇ ਦੇ ਜੇ 5-7 ਬਚ ਵੀ ਜਾਂਦੇ ਤਾਂ ਦੂਜੇ ਮਹੀਨੇ ਅਚਾਨਕ ਹੀ ਕੋਈ ਐਸੀ ਤੋੜ ਆ ਬੰਦੀ ਕਿ 10-5 ਦਾ ਉਲਟਾ ਘਰ ਚੜ੍ਹ ਜਾਂਦਾ। 80 ਰੁਪਏ ਨਾਲ ਘਰ ਦਾ ਗੁਜ਼ਾਰਾ ਚਲਾਉਣਾ ਬੜਾ ਹੀ ਮੁਸ਼ਕਲ ਸੀ।
जे एक महीने 4-5 रुपए बच जाते तो दूसरे महीने 7-8 रुपये जिहड़ा सी वो उल्टा करजा जिहड़ा सी वो चढ़ जाता सी। पर सुखना नूं तां नहीं सी टालिया जा सकदा, ये तो हर हीले देनी ही पैनी सी। जदों पिछले महीने बच्चे नूं काकड़ा लाकड़ा निकल पिया तां दोहां खानिओ गई, तां दोहां ही दी खानिओ गई, भावे गुरु बाबे दी करोपी दा फल होवे। दोहां ने अरजोइयां कीतियां कि हे सच्चे पातशाह, जे मेहर करके दिता ही है तो इसका धागा लामा करी। जदों पिछले महीने बच्चे नूं काकड़ा लाकड़ा निकल आया तो इन्हां ने सोचा कि असीं दरबार साहब जाके चंदूआ नहीं चढ़ाया तो गुरु बाबे ने साडे बच्चे नूं कोई करोपी लाती है। तो उन्होंने कहा कि हे सच्चे पातशाह, साडे बाबे अगे उन्होंने अरदास की कि जे इसनूं हुण तूं दिता ही है तो इसका धागा लम्मा करी, इसकी उम्र जिहड़ी ओह लम्मी करी। असीं इस ते राजी होण ते 40 दिनां दे अंदर अंदर तेरे दरबार विच चंदूआ चढ़ावांगे। तो फिर जीवन सिंह नूं गुरु बाबे की ज़ाहरां करामातां नज़र आई जदों उसका काका 8 वारी अंदर नवां नरोया होया। जदों उसने दूसरी बारी अरदास मंगी तो उसने कहा कि जे मेरा पुत्र ठीक हो जाएगा तो मैं 40 दिनां दे अंदर अंदर जिहड़ा सी चंदूआ चढ़ावांगा। तो गुरु बाबे की मेहर नाल उहदा बेटा जिहड़ा सी फिर ठीक हो गया। खुशी ते शरधा नाल दोहां पति पत्नी दीयां रूहां बाग बाग हो गईयां। पर अगले सवाल ने उन्हां दी खुशी नूं किरकिरा करता चंदोए लई रुपये, जिस वास्ते तुहानूं पहलां ही दस चुकिया कि 100-125 रुपया लगभग जिहड़ा सी इहदे उत्ते खर्चा आना सी। निरा रुपइयां दा ही सवाल नहीं सी, इदों भी वड्डा सवाल छुट्टी दा सी, क्योंकि उसकी छुट्टी ड्यू नहीं सी। कदी बच्चों की बीमारी करके, कदी रिश्तेदारां दे मरनिया परनिया ते जाण लई, ते कदी लगातार रात की ड्यूटी ते अनिंदे कट के उसका आप बीमार हो जाता, जिस करके इन्हां दे खात्यां विच उसदियां सारियां छुट्टियां लेखे लग गईयां। निरा रुपइयां दा ही सवाल नहीं सी, छुट्टी की भी एक बड़ी वड्डी समस्या सी। सारी जिहड़ी उहदी छुट्टी सी वो पहलां ही खत्म हो चुकी सी, कदी बीमारी करके, कदी रिश्तियां दे इधर उधर जाण करके वो सारा खत्म हो चुका सी। फिर भी बड़ी हफड़ा दफड़ी मची। उसने हदों बाहर नट्ठ भज की, शटर तो लैके फोरमैन तक सब दियां खुशामदां कीतियां। किवें उसनूं बहुती नहीं तो 1 हफ्ते की छुट्टी मिल जाए, तो मसे किते जाके उसनूं 5 दिनां की छुट्टी की। बड़ी ही नट्ठ भट करन तो बाद, बड़ी मेहनत करन तो बाद किते उहनूं 5 दिनां की छुट्टी जिहड़ी सी वो मिली सी। बेटा जी ये सी साडी पहली वीडियो। इस वीडियो तो असीं अगे जो कहानी है उन्होंने कंटिन्यू जिहड़ा करांगे।